सतनाम वाहिगुरु साहिब जी। एक ओंकार सतगुर प्रसाद। राग सूही बाणी शेख फरीद जी की। तप तप लोहे लोहे हाथ मरोरा। बावल होई सो सहलोरा। तैसा है मन मह किया रोस। मुझे अवगन सह नाही दोष। तप तप लोहे लोहे हाथ मरोरा। बावल होई सो सहलोरा। तैसा है मन मह किया रोस। मुझे अवगन सह नाही दोष। तै साहिब की मैं सार ना जानी। जो बन खोए पाशा पछतानी। हाव काली कोयल तू कित गुण काली। अपने प्रीतम के हो बिरह जाली। पिरह बेहुना कतः सुख पाए। जाहो कृपाल ता प्रभु मिलाए। वेदना खूही मुंद अकेली। ना को साथी ना को बेली। कार कृपा प्रभु साध संग मिली। जा फिर देखा ता मेरा अलहो बेली। वाट हमारी खरी ओडीनी। खन्या तिखी बहुत पाइणी। उस ऊपर है मार्ग मेरा। शेख फरीदा पंथ समार सवेरा। वाट हमारी खरी ओडीनी। खन्या तिखी बहुत पाइणी। उस ऊपर है मार्ग मेरा। शेख फरीदा पंथ समार सवेरा। वाहिगुरु जी का खालसा वाहिगुरु जी की फतेह। सतनाम वाहिगुरु साहिब जियो। ज्यों बोलाम है त्यों बोल है स्वामी। कुदरत कमन हमारी। साध संग नानक जस गायो। जो प्रभ की अत प्यारी। गुर सिंघासन दे मालिक शतर चौबर तख्त दे मालिक शब्द गुरु ਜ਼ਾਹਰ पीर गुरु धन श्री गुरु ग्रंथ साहिब जी महाराज जी दे ਅੰਮ੍ਰਿਤ ਵੇਲੇ सचखंड श्री हरमंदर साहिब जी विखे प्रकाशमान ਹੁੰਦਿਆਂ आए अज दे पावन हुक्म ਨੂੰ आप जी ने इस समय गुरुद्वारा मंजी साहिब दीवान हाल श्री ਅੰਮ੍ਰਿਤਸਰ साहिब जी दे इस पावन दर तो
ਸ਼ਰਵਨ ਕਰਨਾ ਕੀਤਾ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਅਸੀਸ ਪ੍ਰਦਾਨ ਕਰਨ ਹਾਰੀ, ਜ਼ਿੰਦਗੀ ਵਿੱਚ ਰਹਿਮਤ ਭਰਨ ਹਾਰੀ, ਗੁਰੂ ਨਾਲ ਸਾਂਝ ਕਾਇਮ ਰੱਖਣ ਵਾਲੀ ਤੇ ਵਾਹਿਗੁਰੂ ਜੀ ਦੀ ਸਾਂਝ ਦਾ ਦਵਾਰ ਖੋਲਣ ਵਾਲੀ ਪਾਵਨ ਫਤਿਹ ਨਾਲ ਸਾਰੇ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 794 ਤੇ ਸਭਾਈਮਾਨ ਨੇ। ਸੂਹੀ ਰਾਗ ਹੈ ਬਾਬਾ ਫਰੀਦ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਇਹ ਫਰਮਾਨ ਨੇ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਇਸ ਸ਼ਬਦ ਨੂੰ ਵਿਚਾਰਨ ਦੇ ਲਈ ਆਪਾਂ ਟਿਕਾਓ ਵਿੱਚ ਲਿਆਈਏ। ਸ਼ਬਦ ਸਾਂਝਾ ਕਰਨ ਦੇ ਲਈ ਆਪਣੀ ਸੁਰਤ ਨੂੰ ਵਾਹਿਗੁਰੂ ਨਾਮ ਵਿੱਚ ਵਿਲੀਨ ਕਰਦਿਆਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਬਾਣੀ ਸਿੱਖ ਫਰੀਦ ਜੀ ਕੀ। ਬਾਣੀ ਦੇ ਆਰੰਭ ਵਿੱਚ ਉਸ ਕਰਤੇ ਪੁਰਖ ਦਾ ਆਰਾਧਨ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਉਚਾਰਨ ਕੀਤਾ ਹੈ। ਇਹ ਕਰਤਾ ਪੁਰਖ ਆਪ ਇੱਕ ਹੋ, ਏਕਮ ਏਕੰਕਾਰ ਨਿਰਾਲਾ ਅਤੇ तमाम ब्रह्मांड ਵਿੱਚ ਵਿਆਪਕ ਹੋ। ਆਕਾਰ ਬਣਾ ਕੇ ਉਹਨਾਂ ਦਾ ਇੱਕ ਸਰਕਲ ਬਣਾ ਦਿੱਤਾ ਹੈ, ਚੱਕਰ ਬਣਾ ਦਿੱਤਾ ਹੈ। ਜੰਮਣਾ ਵੀ ਹੈ ਤੇ ਮਰਨਾ ਵੀ ਹੈ, ਪਰ ਆਪ ਨਾ ਜਨਮ ਵਿੱਚ ਹੋ ਨਾ ਮਰਨ ਵਿੱਚ ਹੋ। ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ। ਅਗਮ ਅਗੋਚਰ ਰੂਪ ਨਾ ਰਖਿਆ। ਖੋਜਤ ਖੋਜਤ ਘਟ ਘਟ ਦੇਖਿਆ। तमाम ਸੰਸਾਰਾਂ ਵਿੱਚ ਓੰਕਾਰ ਸਰੂਪ ਵਿੱਚ ਸੁਭਾਈਮਾਨ ਹੋ ਤੇ ਸਦੀਵੀ ਸਤ ਹੋ। ਜਾਣਨ ਦੇ ਲਈ, ਆਪ ਨੂੰ ਪਹਿਚਾਨਣ ਦੇ ਲਈ, ਆਪ ਨਾਲ ਆਪਾ ਇੱਕ ਮਿਕ ਕਰਨ ਦੇ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਦੀ ਕਿਰਪਾ ਰਾਹੀਂ ਹੀ ਉਸ ਇੱਕ ਓੰਕਾਰ ਨੂੰ ਜਾਣ ਸਕਦੇ ਹਾਂ। ਅੱਗੋਂ ਬਾਣੀ ਦਾ ਸਿਰਲੇਖ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ ਮੈਂ ਬੇਨਤੀ ਕਰਦੇ ਹਾਂ। ਉਹ ਬੋਲ ਭਾਵੇਂ ਨਾਮਦੇਵ ਜੀ ਦੇ ਹੋਣ, ਉਹ ਭਾਵੇਂ ਭਗਤ ਕਬੀਰ ਜੀ ਦੇ ਹੋਣ, ਉਹ ਭਾਵੇਂ ਸਦਨੇ ਕਸਾਈ ਦੇ ਹੋਣ, ਉਹ ਸਮੁੱਚੀ ਬਾਣੀ ਹੈ। ਬਾਣੀ ਸ਼ੇਖ ਫਰੀਦ ਜੀ ਕੀ। ਇਹ ਬਾਬਾ ਫਰੀਦ ਜੀ ਜੋ ਬਹੁਤ ਉੱਚੀ ਅਵਸਥਾ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲੇ, ਉਹਨਾਂ ਦਾ ਆਓ ਪਾਵਨ ਫਰਮਾਨ ਸ਼ਰਵਨ ਕਰੀਏ। ਤਪ ਤਪ ਲੋਹੇ ਲੋਹੇ ਹਾਥ ਮਰੋਰਾ ਬਾਵਲ ਹੋਏ ਸੋ ਸਹਲੋਰਾ। ਮੈਂ ਤਪ ਤਪ ਕੇ ਆਪਣਾ ਆਪਾ ਸਾੜ ਸਾੜ ਕੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਲੋ ਲੋ ਕੇ ਦੁਖੀ ਹੋ ਕੇ ਹੱਥ ਪਈ ਮਰੋੜਦੀ ਹਾਂ ਤੇ ਬਾਵਰੀ ਹੋਈ ਝੱਲੀ ਹੋਈ ਉਸ ਸ਼ੌਹ ਨੂੰ ਆਪਣੇ ਪ੍ਰਭੂ ਪਤੀ ਨੂੰ ਲੱਭਦੀ ਫਿਰਦੀ ਹਾਂ ਵੀ ਉਹ ਕਿੱਥੇ ਹੈ।
ਉਹ ਕਿਵੇਂ ਮਿਲੇਗਾ? ਮਿਲਿਆ ਨਹੀਂ ਹੈ, ਅੰਦਰ ਤੜਫ ਹੈ, ਉਸ ਦੇ ਵਿਛੋੜੇ ਵਿੱਚ ਬੜਾ ਦੁੱਖ ਹੈ ਅਤੇ ਉਸ ਸਾਹਿਬ ਦੀ ਤਲਾਸ਼ ਵਿੱਚ ਮੇਰਾ ਆਪਣਾ ਆਪਾ ਦਿਨ ਰਾਤ ਭਟਕਦਾ ਪਿਆ ਵੀ ਐ ਮਾਲਕ ਤੇਰਾ ਕਦ ਮਿਲਣ ਹੋਵੇਗਾ? ਮੈਂ ਤੈਨੂੰ ਲੱਭਦੀ ਹਾਂ, ਤਲਾਸ਼ ਕਰਦੀ ਹਾਂ ਜੀ। ਤੈ ਸਹ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹ ਨਾਹੀ ਦੋਸ। ਤੈ ਸਹਿ, ਐ ਮੇਰੇ ਪਤੀ ਪ੍ਰਮਾਤਮਾ ਤੁਸਾਂ ਮਨ ਵਿੱਚ ਰੋਸ ਕੀਤਾ ਹੋਇਆ, ਗੁੱਸਾ ਕੀਤਾ ਹੋਇਆ। ਭਲਾ ਜਿਹੜਾ ਤੁਸਾਂ ਗੁੱਸਾ ਕੀਤਾ ਹੈ ਇਹ ਕਿਉਂ ਕੀਤਾ ਹੈ? ਮੁਝ ਅਵਗਣ, ਮੇਰੇ ਔਗਣਾ ਕਰਕੇ ਤੁਸਾਂ ਮਨ ਵਿੱਚ ਗੁੱਸਾ ਕੀਤਾ ਹੈ। ਸ਼ੈ ਨਾਹੀ ਦੋਸ਼, ਉਸ ਸ਼ੈ ਵਿੱਚ, ਸ਼ੌ ਵਿੱਚ, ਮਾਲਕ ਵਿੱਚ ਕੋਈ ਦੋਸ਼ ਨਹੀਂ, ਦੋਸ਼ ਮੇਰੇ ਵਿੱਚ ਨੇ। ਚੂੰਕਿ ਜਿਸ ਮਾਲਕ ਨੇ ਮੈਨੂੰ ਜੀਵਨ ਦਿੱਤਾ ਮੈਂ ਉਹਨੂੰ ਭੁਲਾ ਦਿੱਤਾ, ਉਹ ਕਿਉਂ ਨਾ ਰੋਸ ਕਰੇਗਾ? जरा बात ध्यान से रख लेना। गोबिंद हम ऐसे अपराधी, ये साडे मुझ अवगण, ये मेरे अवगण ने ना। गोबिंद हम ऐसे अपराधी जिन प्रभ जियो पिंड था दिया, तिसकी भाव भगत न साधी। मैं हालत अपनी की बना ली है, पर धन पर तन परती निंदा पर अपवाद ना छूटा। मैं इहो जे औगना विच भरी हुई हाँ, ते जेता समुंद सागर नीर भरिया, ते औगन हमारे, हम अवगुण भरे। एक गुण नाही अमृत छाड़ बिखै बिख खाई। ये मेरे इतने औगन ने, इन्हां औगना करके ए मेरे साहब तुसां रोस कीता, गुस्सा कीता, मेरे नाल बोलदे नहीं। ओ मालिक क्यों ना गुस्सा करे? मालिक ने तैनू सुंदर सेज दिती, ऐ भलिया आराम नाल सौ। पर मालिक ने ये तो नहीं आख्या भी अमृत वेले सुता रहो। ऐ मेरे मालिका, मैं ते अमृत वेला सौ के खुंजाया ते सारी जिंदगी औगना दी नींद विच लैके गवा दिती। तुसी क्यों ना गुस्सा करोगे? सुती 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 झाल थिया। जरा ध्यान च रख लेना। भुली वाटड़ी आस तै सह नाल अकूना, क्यों थी वह घरवास। सुती सुती झाल, झाल दे अर्थ ने सुबह उठी झालू कंतड़े। सुती सुती नू दिन चढ़ गया। दिन चढ़न तो पहला जागना सी, मैं जागी ना। ध्यान च रख लेना। इस दे दोवें पक्ष ने। एक ते ये भी पक्ष है भी दिन चढ़िया जागे, सुती सुती नू दिन चढ़ गया। ते दूजा ये भी है भी सारा जीवन नींद विच बिता दिता। कहो कबीर तब ही नर जागे, जम का दंड मूड में लागे। सारी उम्र अज्ञानता दी नींद विच गवा दिती। जदों जमा दा डंडा आ जगाउण लगा, उस समय होश आई, मना की कीता ते सुती सुती झाल थिया। भुली वाटड़ी आस, जेड़े राह ते चलना सी ਉਹ ਰਾਹ ਭੁੱਲ गई। साडा राह बेनती करदे हां, खाना पहनना सौना जागना शरीरक निर्वाह लई ते है, पर सुरत औगना विच भटकदी रहे, ये ते जिंदगी दा राह नहीं है ना। साडा राह किरत करो पर वाहिगुरु दा सिमरन करो, ये राह है। साडा राह शब्द गुरु नाल जुड़ के अपने जीवन नू धर्म दे मार्ग नाल जोड़ना, ये राह है। पर मैं ते राह भुल गई। जेड़े राहे मैं पै गई, वो राह मेरे प्रीतम तो दूर ले जान वाला सी। जेड़े रस्ते चल के मालक नाल मिलन होना सी, वो रस्ता ही भुल गई। सुती सुती झाल थिया, भुली वाटड़ी आस तै सह नाल अकूण। मुझ अवगण शह नाही दोष, तै सह नाल अकूण। एक हुंदा कूणा, पंजाबी भाषा का लफ्ज है, पिंडां च बोलते ने भी तू कूंदा क्यों नहीं। कूणा बोलना
ਤੇ ਜਦੋਂ ਆੜਾ ਲੱਗ ਗਿਆ ਪਹਿਲਾਂ ਤੇ ਫਿਰ ਬੋਲਣਾ ਹੋ ਗਿਆ ਬੰਦ। ਤੈਂ ਸਹਿ ਨਾਲ ਅਕੂਣ, ਤੂੰ ਸ਼ੌ ਨਾਲ ਨਹੀਂ ਕੂੰਦਾ, ਤੂੰ ਸ਼ੌ ਨਾਲ ਗੱਲ ਨਹੀਂ ਕਰਦਾ। ਸ਼ੌ ਨਾਲ ਗੱਲ ਕਿਵੇਂ ਹੁੰਦੀ ਹੈ? ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ। ਕਰੋ ਜਰਾ ਸ਼ੌ ਨਾਲ ਗੱਲ ਸਾਰੇ, ਆਖੋ ਵਾਹਿਗੁਰੂ 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 ਵਾਹਿਗੁਰੂ। ਜਦੋਂ ਸ਼ੌ ਨਾਲ ਕੂਣਾ ਹੋਵੇ ਤੇ ਅੱਗੋਂ ਮੇਰਾ ਸ਼ੌ ਵੀ ਬੋਲੇ ਤੇ ਅਸੀਂ ਸ਼ੌ ਨਾਲ ਤੇ ਕੂੰਦੇ ਨਹੀਂ, ਬਾਕੀ ਸਾਰਿਆਂ ਨਾਲ ਦਿਨ ਰਾਤ ਬੋਲਦੇ ਆ। ਮਨ ਵੀ ਬਾਕੀ ਔਗਣ ਵਿਕਾਰਾਂ ਨਾਲ ਦਿਨ ਰਾਤ ਬੋਲਦਾ, ਜ਼ੁਬਾਨ ਵੀ ਦੁਨੀਆ ਨਾਲ ਬੋਲਦੀ ਏ। ਤੇ ਹਜੂਰ ਕਹਿੰਦੇ ਨੇ ਜੇ ਸ਼ੌ ਨਾਲ ਨਹੀਂ ਬੋਲੇਗਾ ਤੇ ਉਹ ਸ਼ੌ ਤੈਨੂੰ ਕਿਵੇਂ ਆਪਣੇ ਘਰ ਵਿੱਚ ਰੱਖੇਗਾ। ਤੈ ਸਹਿ ਨਾਲ ਅਕੂਣਾ ਕਿਉਂ ਥੀਵੈ ਘਰ ਵਾਸ। ਇਸ ਕਰਕੇ ਮੁਝ ਅਵਗਣ ਸਹਿ ਨਾਹੀ ਦੋਸ਼, ਮੇਰੇ ਵਿੱਚ ਔਗਣ ਭਰੇ ਹੋਏ ਨੇ, ਉਸ ਮਾਲਕ ਵਿੱਚ ਕੋਈ ਦੋਸ਼ ਨਹੀਂ, ਉਸ ਨੂੰ ਕੀ ਦੋਸ਼ ਦਈਏ। ਤੈ ਸਾਹਿਬ ਕੀ ਮੈਂ ਸਾਰ ਨ ਜਾਣੀ, ਜੋ ਬਨ ਖੋਏ ਪਾਸ਼ਾ ਪਛਤਾਨੀ। ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਆਪਣੇ ਮਾਲਕ ਦੀ, ਆਪਣੇ ਪਤੀ ਪਰਮਾਤਮਾ ਦੀ ਤੇ ਮੈਂ ਸੋਝੀ ਹਾਸਲ ਨਾ ਕੀਤੀ ਵੀ ਉਹ ਕਿੱਡੀ ਬਖਸ਼ਿਸ਼ ਕਰਨ ਵਾਲਾ, ਉਹ ਜੀਵਨ ਦੇਣ ਵਾਲਾ, ਉਹ ਜੀਵਨ ਚਲਾਉਣ ਵਾਲਾ, ਉਹ ਕਦਮ ਕਦਮ ਦਾ ਸਹਾਰਾ, ਉਹ ਮੇਰਾ ਲੋਕ ਦਾ ਸਹਾਰਾ, ਉਹ ਮੇਰਾ ਪਰਲੋਕ ਦਾ ਸਹਾਰਾ। ਮੈਂ ਉਸ ਦੀ ਤੇ ਸੋਝੀ ਹਾਸਲ ਨਾ ਕੀਤੀ ਤੇ ਦੁਨੀਆ ਵਿੱਚ ਹੀ ਜ਼ਿੰਦਗੀ ਬਤੀਤ ਕਰ ਦਿੱਤੀ। ਜੋਬਨ ਖੋਏ ਪਾਛੈ ਪਛਤਾਨੀ, ਆਪਣੀ ਜਵਾਨੀ ਗਵਾ ਬੈਠੀ, ਇਹ ਜੀਵਨ ਦੀ ਜਵਾਨੀ ਗਵਾ ਬੈਠੀ। ਜਰਾ ਜੀਵਨ ਜੋਬਨ ਗਿਆ, ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹੋ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਇਸ ਨਿਰਮੋਲਕ ਜੀਵਨ ਨੂੰ ਕੌਡੀ ਦੇ ਬਰਾਬਰ ਬਤੀਤ ਕਰ ਦਿੱਤਾ, ਕੌਡੀਆਂ ਦੇ ਭਾਅ ਇਸ ਨੂੰ ਵੇਚ ਦਿੱਤਾ। ਇਸ ਕਰਕੇ ਸਾਹਿਬ ਕਹਿੰਦੇ ਨੇ ਧੰਨ ਗੁਰੂ ਸ਼ਬਦ ਦੇ ਪਾਵਨ ਬੋਲ ਵੀ ਮੈਂ ਜੋਬਨ ਖੋ ਕੇ ਆਪਣੀ ਜਵਾਨੀ ਗਵਾ ਕੇ ਤੇ ਫਿਰ ਪਿੱਛੋਂ ਪਛਤਾਪ ਕਰਦੀ ਹਾਂ। ਰਹਾਉ ਇੱਥੇ ਵਿਸ਼ਰਾਮ ਦੀਆਂ ਦੋ ਪੰਕਤੀਆਂ ਨੇ। ਹਾਂਜੀ। ਕਾਲੇ ਕੋਇਲ ਤੂੰ ਕਿਤ ਗੁਣ ਕਾਲੇ, ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੇ। ਐ ਕਾਲੀ ਕੋਇਲ ਤੂੰ ਕਿਸ ਕਰਕੇ ਕਾਲੀ ਹੋ ਗਈ ਹੈ? ਪੁੱਛਦੇ ਨੇ ਬਾਬਾ ਫਰੀਦ ਜੀ ਅੰਤਰ ਆਤਮੇ ਗੱਲ ਕਰਦੇ ਹਾਂ ਵੀ ਐ ਕੋਇਲ ਤੂੰ ਕਾਲੀ ਕਿਉਂ ਹੈ? ਤੇ ਉਹ ਜਵਾਬ ਦਿੰਦੀ ਹੈ ਆਪਣੇ ਪਿਆਰੇ ਪ੍ਰੀਤਮ ਦੇ ਵਿਰਹਾ ਵਿੱਚ, ਉਸ ਦੇ ਵਿਛੋੜੇ ਦੀ ਤੜਫ ਵਿੱਚ ਤੜਫ ਤੜਫ ਕੇ ਸੜ ਸੜ ਕੇ ਕਾਲੀ ਹੋ ਗਈ ਹਾਂ। ਕਿਸੇ ਆਖਿਆ ਇਹ ਕੋਇਲ ਜਿਹੜੇ ਸੜਦੇ ਨੇ ਉਹ ਤੇ ਸਾੜੀ ਜਾਂਦੇ ਨੇ, ਤੂੰ ਤੇ ਬੋਲਦੀ ਏ, ਤੂੰ ਜਿੰਦਾ। ਪਰਵਾਨਾ ਸੜਦਾ ਤੇ ਉਹ ਸੜ ਕੇ ਸੁਆਹ ਹੋ ਜਾਂਦਾ, ਉਹ ਤੇ ਬੋਲਣ ਜੋਗਾ ਰਹਿੰਦਾ ਹੀ ਨਹੀਂ। ਤੇ ਉਸ ਦਾ ਇੱਕ ਜਵਾਬ ਇੱਕ ਅਦੀਬ ਲਿਖਦਾ ਹੈ, ਮੈਂ वो परवाना नहीं कि जलकर राख हो जाऊं, मैं कोयल हूं, काली भी हूं, जलती भी हूं और जिंदा भी हूं। ये सच है। जदों अपने प्यारे प्रीतम दे बिरहा विच किसे दा जीवन बतीत हुंदा है, कदी कोयल दी कूक सुन के वेखियो अंदर दा कदी बिरहा जाग पए। कोकल होवां अंब बसां, सहज शब्द विचार सहज सुभाए। ये सच है भी जे उस दा अंब नाल प्यार है ते अपने प्रीतम दे बिरहा विच ओ किवें कूकदी है, उस दे अंदरों किवें तड़फ निकलदी है। पद्म विभूषण भाई वीर सिंह जी लिखते ने, बिरहा कुठियां दी महफिल लगी, अपने प्यारे प्रीतम दे विछोड़े वाले इकट्ठे होए ते हुण इकट्ठे होके कहंदे ने भी कोयल नूं सदो, कोयल साडे कोल आ बैठेगी, साडी महफिल विच बैठेगी। ओ जदों कूकेगी ते उस दी कूक नाल साडा दिल भी कूकन लग जाएगा।
ਕਹਿੰਦੇ ਨੇ ਸੱਦਾ ਦਿੱਤਾ ਕੋਇਲ ਨੂੰ ਵੀ ਆ। ਕਹਿੰਦੇ ਕੋਇਲ ਤਾਂ ਆਈ ਨਾ ਤੇ ਕਾਂ ਆ ਗਿਆ। ਕਹਿੰਦਾ ਵੀ ਮੈਂ ਵੀ ਤੇ ਕੋਇਲ ਵਰਗਾ ਹੀ ਆ ਨਾ, ਤੁਹਾਡੀ ਮਹਿਫਲ ਵਿੱਚ ਆ ਗਿਆ। ਭਾਈ ਸਾਹਿਬ ਜੀ ਲਿਖਦੇ ਨੇ ਕੋਇਲ ਨੂੰ ਅੱਜ ਨਿਉਤਾ ਘੱਲਿਆ, ਕੋਇਲ ਨੂੰ ਅੱਜ ਨਿਉਤਾ ਘੱਲਿਆ, ਆ ਸੰਗੀਤ ਸੁਣਾਵੇਂਗੀ, ਮਹਿਫਲ ਸਾਡੀ ਰੰਗ ਭਰੇਗਾ, ਦਿਲ ਚਰਨਾਟ ਛਿੜਾਵੇਂਗੀ। ਕਾਂ ਕਾਂ ਕਰਦਾ ਕਾਉ ਆ ਗਿਆ, ਸ਼ਿਆਮ ਰੰਗ ਮੈਂ ਕੋਇਲ ਹਾਂ। ਉਹ ਕਹਿਣ ਲੱਗੇ ਦਿਲ ਪੀੜੋ ਨਾ ਮਹਿਰਮ ਤੂੰ, ਦਿਲ ਪੀੜੋ ਨਾ ਮਹਿਰਮ ਤੂੰ, ਤੇਰੀ ਕਾਲੋਂ ਠੰਡ ਨਾ ਪਾਵੇਗੀ। ਤੂੰ ਭਾਵੇਂ ਕਾਲ ਹੈ ਪਰ ਤੂੰ ਦਿਲ ਦੀ ਪੀੜਾ ਜਾਣਦਾ ਨਹੀਂ, ਤੇ ਬਿਰਹਾ ਵਿੱਚ ਤੂੰ ਬੋਲ ਸਕਦਾ ਨਹੀਂ। ਤੇਰੀ ਬੋਲੀ ਬੇਸੁਰੀ ਹੈ, ਤੈਨੂੰ ਕੀ ਪਤਾ ਵੀ ਕੋਇਲ ਕਿਵੇਂ ਕੂਕਦੀ ਏ। ਤੂੰ ਵਾਪਸ ਚਲਾ ਜਾ, ਸਾਡੀ ਮਹਿਫਲ ਵਿੱਚ ਬੈਠਣ ਦੇ ਕਾਬਲ ਨਹੀਂ ਹੈ। ਬੰਦੇ ਤੇ ਸਾਰੇ ਬੰਦੇ ਹੁੰਦੇ ਨੇ, ਖਾ ਲਿਆ, ਪਹਿਨ ਲਿਆ, ਐਸ਼ੋ ਇਸ਼ਰਤ ਕਰ ਲਈ, ਦੁਨੀਆ ਵਿੱਚ ਵਾਹ ਵਾਹ ਕਰ ਲਈ। ਉਹਨਾਂ ਨੂੰ ਕੀ ਪਤਾ ਹੈ ਵੀ ਰੱਬ ਦੇ ਵਿਛੋੜੇ ਵਾਲਿਆਂ ਦੇ ਦਿਲ ਦਾ ਹਾਲ ਕੀ ਹੁੰਦਾ। ਇਹ ਤੇ ਉਹੀ ਜਾਣਦੇ ਨੇ ਜਿਹੜੇ ਅੰਦਰੋਂ ਉਸ ਮਾਲਕ ਦੀ ਤੜਫ ਵਿੱਚ ਤੜਫਦੇ ਨੇ। ਕਦੀ ਭਗਤ ਕਬੀਰ ਜੀ ਨੂੰ ਪੁੱਛ ਕੇ ਵੇਖਿਓ, ਭਗਤ ਜੀ ਬਿਰਹਾ ਦਾ ਸਰੂਪ ਕੀ ਹੈ? ਉਹ ਕਹਿਣ ਲੱਗੇ ਸੱਪ ਲੜ ਜਾਏ, ਮਾਂਦਰੀ ਆ ਜਾਏ, ਉਹ ਮੰਤਰ ਪੜ੍ਹੇ, ਮਨਕਾ ਫੇਰੇ ਤੇ ਸੱਪ ਦੀ ਜ਼ਹਿਰ ਉਤਾਰ ਸਕਦਾ। ਕਹਿਣ ਲੱਗੇ ਬਿਰਹਾ ਦਾ ਸੱਪ ਲੜ ਜਾਏ ਤੇ ਕੋਈ ਮੰਤਰ ਨਹੀਂ ਕਿ ਅੰਦਰੋਂ ਮੇਰਾ ਬਿਰਹਾ ਦੂਰ ਕਰ ਸਕੇ। ਕਬੀਰ ਬਿਰਹੋਂ ਭਿਅੰਗਮ ਮਨ ਬਸੈ, ਕਬੀਰ ਬਿਰਹੋਂ ਭਿਅੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਬਸ ਇਹ ਅਵਸਥਾ ਹੈ ਜਿਹੜਾ ਰੱਬ ਦਾ ਵਿਯੋਗੀ ਹੈ, ਪਰਮਾਤਮਾ ਦੇ ਵਿਛੋੜੇ ਦੀ ਤੜਫ ਜਾਣਨ ਵਾਲਾ ਹੈ। ਅਵਲ ਤੇ ਉਹ ਜੀ ਨਹੀਂ ਸਕਦਾ, ਰੱਬ ਦੇ ਵਿਛੋੜੇ ਵਿੱਚ ਪ੍ਰਾਣ ਨਿਕਲ ਜਾਂਦੇ ਨੇ, ਤੇ ਜੇ ਜੀਂਦਾ ਹੈ ਤੇ ਕਹਿੰਦੇ ਨੇ ਬੌਰਾ ਹੋ ਕੇ ਜੀਂਦਾ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲੇ ਬਿਰਹਾ ਵਿੱਚ ਜੀਣ ਵਾਲੇ ਦੀਆਂ 10 ਨਿਸ਼ਾਨੀਆਂ ਦੱਸਦੇ ਨੇ। ਅਬਲਾਖ, ਸੋਚਿੰਤਾ, ਗੁਣ ਕਥਨ, ਸਿਮਰਤ, ਉਦਵੇਗ, ਪ੍ਰਲਾਪ, ਉਨਮਾਦ, ਵਿਆਦ, ਜੜਤਾ ਭਇਓ, ਹੋਤ ਮਰਨ ਪੁਨ ਆਪ। ਪਹਿਲਾ ਅਬਲਾਖਾ ਹੈ ਵੀ ਮੇਰਾ ਪਿਆਰਾ ਆਏਗਾ, ਨਹੀਂ ਆਇਆ, ਹੁਣ ਚਿੰਤਾ ਬਣ ਗਈ ਉਹ ਕਿਉਂ ਨਹੀਂ ਆਇਆ। ਫਿਰ ਤੀਸਰੀ ਨਿਸ਼ਾਨੀ ਉਸ ਦੇ ਗੁਣ ਕਥਨ ਕਰਦਾ, ਉਹ ਬੜਾ ਚੰਗਾ ਹੈ, ਉਹ ਬੜਾ ਅਲ ਹੈ, ਉਹ ਬੜਾ ਸੁਖਦਾਇਕ ਹੈ। ਅਬਲਾਖ, ਸੋਚਿੰਤਾ, ਗੁਣ ਕਥਨ, ਸਿਮਰਤ ਬਾਰ ਬਾਰ ਯਾਦ ਆਉਂਦੀ ਹੈ। ਉਦਵੇਗ, ਅੰਦਰੋਂ ਉਦਰੇਵਾ ਹੋ ਜਾਂਦਾ, ਕੁਛ ਚੰਗਾ ਨਹੀਂ ਲੱਗਦਾ, ਉਦਰੇਵੇਂ ਵਿੱਚ ਰਹਿੰਦਾ। ਪ੍ਰਲਾਪ, ਮੈਂ ਨੀਰ ਵਹਿ ਚੱਲਾ ਜੀਓ, ਅੱਖਾਂ ਵਿੱਚੋਂ ਰੋਣਾ ਨਿਕਲਦਾ। ਧਿਆਨ ਚ ਰੱਖਿਓ, ਅਬਲਾਖ, ਸੋਚਿੰਤਾ, ਗੁਣ ਕਥਨ, ਸਿਮਰਤ, ਉਦਵੇਗ, ਪ੍ਰਲਾਪ, ਇਹ 6 ਨਿਸ਼ਾਨੀਆਂ ਪਹਿਲੀ ਪੰਕਤੀ ਵਿੱਚ ਲਿਖੀਆਂ ਨੇ। ਤੇ ਦੂਸਰੀ ਪੰਕਤੀ ਵਿੱਚ ਲਿਖਦੇ ਨੇ ਉਨਮਾਦ, ਸ਼ੁਦਾਈਆਂ ਤਰ੍ਹਾਂ ਬੌਰਾ ਜਿਹਾ ਹੋ ਜਾਂਦਾ। ਵਿਆਦ, ਰੋਗੀਆਂ ਜੈਸੀ ਹਾਲਤ ਹੋ ਜਾਂਦੀ ਹੈ। ਜੜਤਾ ਭਇਓ, ਐ ਫਿਰ ਜਿਹਾ ਹੋ ਕੇ, ਸੁੰਨ ਜਿਹਾ ਹੋ ਕੇ ਵੀ ਬੈਠ ਜਾਂਦਾ। ਤੇ ਜੇ ਅਤ ਬਿਰਹਾ ਦੀ ਤੜਫ ਅੰਦਰ ਐਸਾ ਘਾਓ ਕਰ ਜਾਏ ਤੇ ਹੋਤ ਮਰਨ ਪੁਨ ਆਪ, ਆਪਣੇ ਪਿਆਰੇ ਦੇ ਵਿਛੋੜੇ ਵਿੱਚ ਮੌਤ ਵੀ ਆ ਜਾਂਦੀ ਹੈ। ਵਿਛੋੜਾ ਸੁਨੇ ਦੁੱਖ, ਵਿਛੋੜਾ ਸੁਨੇ ਦੁੱਖ, ਵਿਨ ਡਿਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ। ਮੇਰਾ ਬਿਰਹਾ ਧੀਰਜ ਨਹੀਂ ਧਰਦਾ ਜੇ ਆਪਣਾ ਪਿਆਰਾ ਮਿਲੇ ਨਾ। ਇਹ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰਹ ਜਾਲੀ। ਆਪਣੇ ਪਿਆਰੇ ਦੇ ਬਿਰਹਾ ਵਿੱਚ ਮੈਂ ਸੜ ਰਹੀ ਹਾਂ। ਕੋਈ ਹਿਰਦਾ ਕੋਇਲ ਵਰਗਾ ਬਣ ਜਾਏ, ਅੰਦਰ ਆਪਣੇ ਮਾਲਕ ਦੀ ਯਾਦ ਵਿੱਚ ਹੋਵੇ। ਮੋਹਨ ਨੀਂਦ ਨਾ ਆਵੇ, ਹਾਵੇ ਹਾਰ ਕੱਜਰ ਬਸਤਰ ਆਭਰਨ ਕੀਨੇ। ਹਾਰ ਵੀ ਪਹਿਨੇ ਆ, ਚੰਗੇ ਵਸਤਰ ਵੀ ਪਹਿਨੇ,
कजला भी अखां विच पाया ते सोहणे गहने भी पाए, पर सारा हार शिंगार वड वड खांदा भी मैनू मेरा प्यारा प्रीतम ना मिले ते मैं इस हार शिंगार नूं की करना। बाहरों धार्मिक पहरावा होवे, अमृत छकिया होवे, गुरु की संगत विच बैठा होवे, पर अंदर दा आपा तड़फदा भी मैनू मेरा वाहिगुरु मिलिया क्यों नहीं, मेरे नाल गल क्यों नहीं हुंदी, मेरी सुरत विच क्यों नहीं उसका ध्यान बनता, क्यों नहीं मैं उस नाल अपनी एक मिकता करदा। उस लई धार्मिक शिंगार भी उसकी जिंदगी दा अंदर बिरहा होर प्रबल करदा भी ऐ मेरे मालक मैं कदों तैनू मिलांगा, बहुत जन्म बिछड़े थे माधो, ये जन्म तुम्हारे लेखे कहर विदास, आस लग जीवो चिर भयो दर्शन देखे। ऐ मालक बड़े जन्म विछड़िया लंघ गए ने, किते ये भी जन्म विछोड़े विच ही ना लंघ जाए। ते जरा एक गल ध्यान च रखियो, मिलाप कैसा आनंद है, बिरहा कैसी तड़फ है, खखड़ियां सुहावियां, खखड़ियां सुहावियां, लगड़ियां अक कंठ, बिरह विछोड़ा धनी सियो, नानक सह सह गंठ, अक नूं लगियां होइयां ककड़ियां। लिखिया खखड़ियां प्रकृतक भाषा च, भाव अर्थ विच बन गया ककड़ियां। अग अक नूं लगियां होइयां ककड़ियां अंब वर्गियां, बड़ियां सोहणियां सोहणियां हरियां भरियां जुड़ियां लगदियां। ध्यान च रख लेना, जे अक दी टाहनी नालों टुट जाण ते सुक जाण, सुक जाण ते फुट जाण, फुट जाण ते तूंबे तूंबे हो के हजारां भागां विच वंडियां जाण ते उड़दियां फिरन। ध्यान च रख लेना, खखड़ियां सुहावियां, लगड़ियां अक कंठ, जे ते कंठ नाल लगियां ने, टाहनी नाल जुड़ियां ने ते सुहावियां ने, ते जे टुट गईयां ते बिरह विछोड़ा धनी सियो, नानक सह सह गंठ, सह सह गंठ दे भाव ने हजारां, सहस कहंदे ने हजार नूं ते सहसे दे अर्थ ने हजारां, उन्हां दे तूंबे तूंबे और रूंज ही बन के उड़दियां फिरदियां ने। ऐ मेरे मालक मेरी हालत भी ये है, जे तेरे नाल जुड़िया रहा ते सुहावना सोहना आला हां, जे तैथों विछड़ जावां ते मेरे मन दे ख्याल हजारां तूंबे बन के उड्डे फिरदे ने। पर एक मैं बेनती कर लगा, जेड़ी ककड़ी टुट गई, सुक गई, फुट गई, उड़ गई, वो ते दोबारा इकट्ठी होके ककड़ी बन के अक नूं लग नहीं सकती। पर जीवन भावें अज हजारां तूंबे बन के उड्डिया फिरदा, शब्द गुरु की बरकत नाल अज भी जुड़ के मुर ककड़ी बन सकदा, अज भी मुर जुड़ सकदा। इस करके साहब कहंदे ने अपने अंदर झात मार, तेरा हिरदा किते ऐसा ना होवे। बेनती कर लगा, बिरहा बिरहा आखी है बाबा फरीद जी, बिरहा बिरहा आखी है, बिरहा तू सुल्तान फरीदा, जित तन बिरहो ना उपजै, सो तन जान मसान। जेड़े शरीर विच बिरहा पैदा नहीं होया उन्होंने मुर्दा जानियो, वो मनुख ना समझियो, जिंदा ना समझियो। जिंदगी दे दो कदम बड़े महत्वपूर्ण ने, या संगम या बिरहा, या ते वाहिगुरु नाल मिलाप हो जाए, एक मिगता हो जाए, संगम हो जाए। जे संगम नहीं होया, जे मिलाप नहीं होया ते अंदर बिरहा होवे। बिरहा दे अर्थ ने वाहिगुरु दे विछोड़े दा एहसास, वाहिगुरु दे विछोड़े दी तड़फ। या ते मालक नाल मिलाप हो जाए, जे मिलाप नहीं होया ते अंदर बिरहा पैदा हो जाए। ते भाई गुरदास साहब जी ने एक कवित विच लिखिया है, जेड़े बंदे अंदर ना संगम ना बिरहा, समझ लेना जन्म ही व्यर्थ गवा लिया। संगम संयोग प्रेम नेम को पतंग जाने, बिरह वियोग सोग मीन पल जाने। एक टक दीपक ध्यान प्राण पर हरै, बिरह वियोग मीन जीवन ना मानई। चरण कमल मिल बिछरे मदप मन, कपट स्नेह
ਤ੍ਰਿਗ ਜਨਮ ਅਗਿਆਨੀ, ਨੇਫਲ ਜਨਮ ਗੁਰੂ ਵਿਮੁਖ ਹੋਏ, ਪ੍ਰੇਮ ਔਰ ਬਿਰਹਾ ਨਾ ਦੋ ਔਰ ਆਨੇ। ਕਹਿਣ ਲੱਗੇ ਸੰਗਮ ਹੈ ਤੇ ਪਤੰਗੇ ਦਾ ਦੀਪਕ ਨਾਲ ਇੱਕਮਿਕ ਹੋ ਗਿਆ, ਬਿਰਹਾ ਹੈ ਤੇ ਮਛਲੀ ਦਾ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਰ ਗਈ। ਜਿਹੜੇ ਬੰਦੇ ਨਾ ਤੇ ਵਾਹਿਗੁਰੂ ਦੇ ਮਿਲਾਪ ਵਿੱਚ ਸੁਰਤ ਇੱਕਮਿਕ ਕਰਕੇ ਰਸ ਪੈ ਮੰਨਦੇ ਨੇ, ਨਾ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਕਰਕੇ ਤੜਫਦੇ ਨੇ, ਕਹਿੰਦੇ ਨੇ ਉਹਨਾਂ ਦਾ ਜਨਮ ਹੀ ਵਿਅਰਥ ਚਲਾ ਜਾਂਦਾ। ਤਾਂ ਕੋਇਲ ਨੂੰ ਪੁੱਛਿਆ, ਦੱਸ ਤੂੰ ਕਾਲੀ ਕਿਉਂ ਹੈ? ਕਹਿਣ ਲੱਗੀ, ਆਪਣੇ ਪ੍ਰੀਤਮ ਦੇ ਵਿਰਹਾ ਵਿੱਚ ਸੜਦੀ ਪਈ ਹਾਂ, ਇਸ ਕਰਕੇ ਮੇਰਾ ਰੰਗ ਕਾਲਾ ਹੋ ਗਿਆ। ਬਿਰਹਿ ਬਹੂਨ ਕਤਹ ਸੁਖ ਪਾਏ, ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ। ਬਿਰਹਿ ਬਿਹੂਨ, ਆਪਣੇ ਪਤੀ ਤੋਂ ਬਗੈਰ ਕਤਹ ਸੁਖ ਪਾਏ, ਕਿੱਥੇ ਸੁਖ ਪ੍ਰਾਪਤ ਕਰ ਸਕਦੇ? ਜੇ ਪਤੀ ਨਹੀਂ, ਜੇ ਪਰਮਾਤਮਾ ਪਤੀ ਦਾ ਮਿਲਾਪ ਨਹੀਂ, ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਜਿਹੜੇ ਤੈਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਹੌਕੇ ਕਦੀ ਮੁੱਕਦੇ ਨਹੀਂ, ਕਦੀ ਕੋਈ ਦੁੱਖ, ਕਦੀ ਕੋਈ ਦੁੱਖ। ਬੇਨਤੀ ਕਰਦਿਆਂ, ਮਾਨਕ ਜਨਮ ਵਿੱਚ ਵੀ ਸੁੱਖ ਨਹੀਂ, ਤੇ ਮਨੁੱਖ ਜਨਮ ਹੱਥੋਂ ਚਲਾ ਗਿਆ ਤੇ 84 ਲੱਖ ਜੂਨ ਵਿੱਚ ਵੀ ਸੁੱਖ ਨਹੀਂ। ਫਿਰ ਹੈ ਬਿਹੂਨ ਕਤ ਹੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਜੇ ਕਿਰਪਾ ਹੋ ਜਾਏ, ਜੇ ਮਾਲਕ ਆਪ ਰਹਿਮਤ ਕਰਨ, ਤੇ ਸੱਚ ਹੈ ਵੀ ਪ੍ਰਭੂ ਦਾ ਮਿਲਾਪ ਹੋ ਜਾਏ, ਉਹ ਜਨਮਾਂ ਜਨਮਾਂ ਦਾ ਵਿਛੋੜਾ ਮੁੱਕ ਜਾਏ। ਇਹ ਜਿਹੜਾ ਬੇਨਤੀ ਕਰਦੇ ਆ, ਇਹ ਮਾਲਕ ਸਾਈ ਸੁਹਾਗਣ, ਸਾਈ ਭਾਗਣ, ਉਹ ਸੁਹਾਗਣ ਉਹ ਭਾਗਣ, ਭਾਗਾਂ ਵਾਲੀ। ਸਾਈ ਸੁਹਾਗਣ ਸਾਈ ਭਾਗਣ, ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ। ਗਲ ਸੇਤੀ ਲਾਏ ਸਵਾਰੀ, ਕਰਮਹੀਨ ਧਨ ਕਰੈ ਬਿਨੰਤੀ, ਕਦ ਨਾਨਕ ਆਵੇ ਵਾਰੀ। ਇਹ ਮਾਲਕ ਉਹ ਭਾਗਾਂ ਵਾਲੀ, ਜਿਸ ਤੇ ਕਿਰਪਾ ਕਰ ਦਿਓ, ਉਸ ਦੇ ਔਗਣ ਮਿਟਾ ਦਿਓ, ਉਸ ਨੂੰ ਆਪਣੇ ਗਲੇ ਲਾ ਲਿਓ। ਤੇ ਮੈਂ ਵੀ ਹੱਥ ਜੋੜ ਬੇਨਤੀ ਕਰਦੀ ਹਾਂ, ਮਾਲਕਾ ਕਿਰਪਾ ਕਰ ਦਿਓ, ਗਲੇ ਲਾ ਲਓ। ਮਾਲਕ ਮੇਰੇ ਔਗਣ ਭੁਲਾ ਦਿਓ। ਮਾਲਕ ਮੈਂ ਚਰਨ ਸ਼ਰਨ ਵਿੱਚ ਬੈਠੀ ਅਰਜ਼ੋਈ ਕਰਦੀ ਹਾਂ, ਜੇ ਆਪ ਕਿਰਪਾ ਕਰੋ ਤੇ ਤਾਂ ਮਿਲਾਪ ਹੋ ਸਕਦਾ ਹੈ, ਮੇਰਾ ਬਲ ਕੰਮ ਨਹੀਂ ਆਉਂਦਾ। ਇਸ ਕਰਕੇ ਜਿਸ ਤੇ ਮਾਲਕ ਕਿਰਪਾ ਕਰ ਦਿੰਦਾ, ਹਜੂਰ ਕਹਿਣ ਲੱਗੇ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਬੇਦਾ ਨਾ ਖੋਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਮੇਰੇ ਜੀਵਨ ਦਾ ਹਾਲ ਇਹ ਹੈ, ਜਿਵੇਂ ਕੋਈ ਉਜਾੜ ਵਿੱਚ ਖੂਹੀ ਹੋਵੇ ਤੇ ਆਸੇ ਪਾਸੇ ਕੋਈ ਨਾ ਹੋਵੇ। ਵਿਦਨ ਖੂਹੀ, ਜਿੱਥੇ ਮੇਰਾ ਮਾਲਕ ਨਹੀਂ, ਜਿੱਥੇ ਚਾਰ ਚਫੇਰੇ ਦੁੱਖਾਂ ਦਾ ਹੀ ਪਸਾਰਾ ਹੈ, ਮੈਂ ਉਸ ਖੂਹੀ ਤੇ ਖਲੋਤੀ ਪਾਣੀ ਪਈ ਭਰਦੀ। ਧਿਆਨ ਚ ਰੱਖ ਲੈਣਾ, ਮੁੰਦ ਅਕੇਲੀ, ਜਵਾਨ ਇਸਤਰੀ ਹਾਂ। ਮੁੰਦ ਦੇ ਅਰਥ ਨੇ ਜਵਾਨ ਇਸਤਰੀ। ਅਕੇਲੀ ਹਾਂ, ਜੰਗਲ ਵਿੱਚ ਹਾਂ, ਬਿਆਬਾਨ ਵਿੱਚ ਹਾਂ, ਉਜਾੜ ਵਿੱਚ ਹਾਂ। ਹਾਲਤ ਕੀ ਹੈ? ਕੋਟਾ ਏਕ, ਕੋਟਾ ਖੂਹ ਕੁआं, ਕੋਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਮੇਰੀ ਹਾਲਤ ਕੀ ਹੈ? ਮੈਂ ਉਸ ਖੂਹ ਤੇ ਖਲੋਤੀ ਹਾਂ ਜਿੱਥੇ ਮੇਰੇ ਨਾਲ ਇਹ ਪੰਜ ਗਿਆਨ ਇੰਦਰੀਆਂ ਆਪਣੇ ਆਪਣੇ ਵਿਸ਼ੇ ਵਿਕਾਰਾਂ ਦਾ ਪਾਣੀ ਭਰਨ ਵਾਲੀਆਂ ਮੇਰੇ ਨਾਲ ਖਲੋਤੀਆਂ ਨੇ। ਅੱਖਾਂ ਰੂਪ ਵੀਆਂ ਵੇਖਦੀਆਂ, ਕੰਨ ਦੁਨੀਆ ਦੇ ਸੰਗੀਤ ਸੁਣਨ ਦੀ ਉਤਾਵਲੀ ਚ ਨੇ, ਸਪਰਸ਼ ਕਰਨ ਲਈ ਮੇਰੀ ਤਵਚਾ ਤੜਫਦੀ ਹੈ, ਰਸਨਾ ਰਸ ਲੈਣ ਲਈ ਪਈ ਦਿਨ ਰਾਤ ਭਟਕਦੀ ਏ, ਨੱਕ ਦੁਨੀਆ ਦੀ ਖੁਸ਼ਬੂ ਸੁਗੰਧੀ ਲੈਣ ਲਈ ਪਿਆ ਭਟਕਦਾ। ਇਹ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਮੇਰੀ ਜ਼ਿੰਦਗੀ ਵਿੱਚ ਅੰਦਰ ਦੀ ਅਗਿਆਨਤਾ ਦੇ ਖੂਹ ਵਿੱਚੋਂ ਪਾਣੀ ਪੈ ਭਰਦੇ ਨੇ। ਮੇਰਾ ਹਾਲ ਕੀ ਹੈ? ਉੱਥੇ ਮਾਲਕ ਦੀ ਯਾਦ ਨਹੀਂ। ਇਹ ਗੱਲ ਧਿਆਨ ਚ ਰੱਖ ਲੈਣਾ।
ਰੋਂਦੀ ਰੋਂਦੀ ਬੀਬੀ ਆ ਰਹੀ ਸੀ ਤੇ ਬਾਬੇ ਕਬੀਰ ਜੀ ਪੁੱਛਿਆ, ਕੀ ਗੱਲ ਏ, ਕਿਉਂ ਰੋ ਰਹੀ ਏ? ਕਹਿਣ ਲੱਗੀ, ਉਹ ਖੂਹ ਤੇ ਗਈ ਸਾਂ ਪਾਣੀ ਭਰਨ, ਡੋਲ ਲੈ ਕੇ ਪਿੱਤਲ ਦਾ, ਪਰ ਜਿਹੜੀ ਰੱਸੀ ਨਾਲ ਡੋਲ ਵਾਇਆ ਨਾ, ਉਹ ਰੱਸੀ ਕਮਜ਼ੋਰ ਸੀ, ਪਾਣੀ ਵੀ ਨਾ ਲਿਆ ਸਕੀ, ਆਪਣਾ ਡੋਲ ਵੀ ਗਵਾ ਕੇ ਆ ਰਹੀ ਹੈ। ਧਿਆਨ ਚ ਰੱਖ ਲੈਣਾ, ਪਾਣੀ ਵੀ ਨਾ ਭਰ ਸਕੀ, ਪਿਆਸ ਵੀ ਨਾ ਬੁਝਾ ਸਕੀ, ਤੇ ਜਿਹੜਾ ਬਰਤਨ ਸੀ ਨਾ ਮੇਰਾ, ਉਹ ਵੀ ਗਵਾ ਲਿਆ, ਇਸ ਕਰਕੇ ਰੋਂਦੀ ਆ ਰਹੀਆਂ। ਭਗਤ ਕਬੀਰ ਜੀ ਕੀ ਲਿਖਦੇ ਨੇ, ਓਏ ਜੋ ਦਿਸੈ ਖੂਹੜੀ, ਕੌਣ ਲਾਜ ਵਹਾਰੀ, ਲਾਜ ਘੜੀ ਸਿਓ ਟੂਟ ਪੜੀ, ਉੱਠ ਚੱਲੀ ਪਨਹਾਰੀ। ਤੇ ਬਾਬੇ ਫਰੀਦ ਆਖਿਆ, ਐ ਬੀਬੀ, ਇਹ ਤੇਰਾ ਹੀ ਹਾਲ ਨਹੀਂ, ਇਹ ਸਾਰੀ ਦੁਨੀਆ ਦਾ ਹਾਲ ਹੈ। ਕੀ ਕਰਦੇ ਪਏ ਆ? ਅੱਖਾਂ ਦੀ ਰੋਸ਼ਨੀ ਗਵਾ ਲਈ, ਕੰਨਾਂ ਦਾ ਹੁਣ ਸੁਣਨਾ ਚਲਾ ਗਿਆ, ਰਸਨਾ ਰਸ ਨਹੀਂ ਲੈ ਸਕਦੀ, ਸਰੀਰ ਵਿੱਚ ਬਲ ਨਹੀਂ ਰਹਿ ਗਿਆ, ਦਿਨ ਰਾਤ ਬਸ ਇਸ ਵਿਦਨ ਖੂਹੀ, ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਇੱਥੇ ਮੇਰਾ ਕੋਈ ਸਾਥੀ ਨਾ ਰਹਿ ਗਿਆ, ਇੱਥੇ ਮੇਰਾ ਕੋਈ ਬੇਲੀ ਨਾ ਰਹਿ ਗਿਆ। ਬੜੇ ਸਾਥੀ ਬਣਾਏ, ਧਿਆਨ ਚ ਰੱਖ ਲੈਣਾ, ਸਾਰੇ ਸਾਥ ਛੱਡ ਗਏ। ਬੜੇ ਬੇਲੀ ਬਣਾਏ, ਪਰ ਕੋਈ ਬੇਲੀ ਮੇਰੇ ਨਾਲ ਜਾਣ ਵਾਲਾ ਨਾ ਰਹਿ ਗਿਆ। ਮੈਂ ਇਸ ਸੰਸਾਰ ਉੱਤੇ ਆ ਕੇ ਇਸ ਜੀਵਨ ਦੇ ਉਜਾੜ ਭਰੇ ਖੂਹ ਵਿੱਚ ਜ਼ਿੰਦਗੀ ਬਤੀਤ ਪਈ ਕਰਦੀ ਹਾਂ। ਪਰ ਭਗਤ ਕਬੀਰ ਜੀ ਇੱਕ ਗੱਲ ਲਿਖਦੇ ਨੇ, ਅਗਰ ਤੇਰੇ ਕੋਲ ਵਿਚਾਰ ਵਾਲੀ ਬੁੱਧੀ ਆ ਜਾਏ ਤੇ ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਹਾਰੀ, ਫਿਰ ਤੇਰਾ ਉਹ ਖੂਹ ਨਾ ਰਹਿ ਜਾਏ ਜਿੱਥੇ ਅੱਖਾਂ ਰੂਪ ਦਾ ਪਾਣੀ ਭਰਦੀਆਂ, ਕੰਨ ਸੰਗੀਤ ਦਾ ਪਾਣੀ ਭਰਦੇ। ਹੁਣ ਤੇ ਅੱਖਾਂ ਨਾਲ ਵਾਹਿਗੁਰੂ ਦਾ ਦਰਸ਼ਨ ਕਰਦਾ ਤੇ ਕੰਨਾਂ ਨਾਲ ਬਾਣੀ ਸੁਣਦਾ। ਇਹ ਸੱਚ ਹੈ ਵੀ ਐਸੀ ਉਜਾੜ ਵਾਲੀ ਖੂਹੀ ਵਿੱਚ ਕਹਿਣ ਲੱਗੇ, ਮੇਰਾ ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ ਹੈ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਮਿਲੀ, ਜਾ ਫਿਰ ਦੇਖਾ ਤਾ ਮੇਰਾ ਅਲਹੋ ਬੇਲੀ। ਪ੍ਰਭੂ ਨੇ ਕੀਤੀ ਕਿਰਪਾ, ਵੇਖਿਆ ਵੀ ਬੜਾ ਤੜਫ ਰਿਹਾ, ਬੜੀ ਮਿਲਣ ਦੀ ਤਮੰਨਾ ਰੱਖੀ ਬੈਠਾ। ਉਹਨਾਂ ਨੇ ਸਾਧ ਸੰਗਤ ਵਿੱਚ ਮਿਲਾ ਦਿੱਤਾ ਵੀ ਮੈਂ ਤੈਨੂੰ ਮਿਲਾਪ ਦਾ ਰਾਹ ਦੱਸਦਾ ਹਾਂ, ਵੀ ਤੂੰ ਸਾਧ ਸੰਗਤ ਵਿੱਚ ਆ ਜਾ, ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੀ ਸੁਰਤ ਵਿੱਚ ਨਾਮ ਵਸਾ ਲੈ, ਸਤ ਦੇ ਮਾਰਗ ਦਾ ਪਾਂਧੀ ਬਣ ਜਾ। ਰੱਬ ਵੀ ਤੇਰਾ ਬੇਲੀ, ਸਾਰਾ ਸੰਸਾਰ ਵੀ ਤੇਰਾ ਸੁਹਿਰਦ ਬਣ ਜਾਏਗਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਹੁਣ ਸੱਚ ਹੋ ਗਿਆ, ਪਹਿਲਾਂ ਬੇਲੀ ਕੋਈ ਨਹੀਂ ਸੀ, ਹੁਣ ਰੱਬ ਬੇਲੀ ਬਣ ਗਿਆ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋਹ ਬੇਲੀ, ਅੱਲਾ ਬੇਲੀ ਬਣ ਗਿਆ, ਰੱਬ ਬੇਲੀ ਬਣ ਗਿਆ। ਸੱਜਣ ਸੱਚਾ ਪਾਤਸ਼ਾਹ, ਸਾਰੇ ਕਰੋ ਕਿਰਪਾ। ਸੱਜਣ ਸੱਚਾ ਪਾਤਸ਼ਾਹ, ਫਿਰ ਬੋਲੋ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਉਹ ਸਾਰਿਆਂ ਦਾ ਵਿਸ਼ਵਾਸ ਪਾਤਰ ਬੇਲੀ, ਉਸ ਤੇ ਭਰੋਸਾ ਰੱਖਿਆ ਜਾ ਸਕਦਾ। ਮਾਲਕ ਨੇ ਰਹਿਮਤ ਕਰ ਦਿੱਤੀ, ਸਾਧ ਸੰਗਤ ਵਿੱਚ ਬਿਠਾਇਆ, ਨਾਮ ਜਪਿਆ, ਹੁਣ ਰੱਬ ਮੇਰਾ ਬੇਲੀ ਬਣ ਗਿਆ। ਭਲਾ ਕਿਵੇਂ? ਜਾਂ ਫਿਰ ਦੇਖਾਂ, ਫਿਰ ਕੇ ਦੇਖਿਆ, ਅੰਤਰਮੁਖੀ ਧਿਆਨ ਕਰਕੇ ਦੇਖਿਆ। ਅੱਗੇ ਸੁਰਤ ਬਾਹਰ ਬੇਲੀ ਲੱਭਦੀ ਫਿਰਦੀ, ਧੋਖੇਬਾਜ਼ मिले, जिनको हार समझा था गला अपना सजाने को, वो काले नाग बन बैठे मेरे ही काट खाने को। लोग गैरों की बात करते हैं, हमने तो अपने भी आजमाए हैं। लोग कांटों से बचकर चलते हैं, हमने फूलों से जख्म खाए। ये दुनिया दे मित्र कोई किसी का मित्र नहीं। साहब कहन लगे मित्र लभ्या, बस जरा ध्यान च रख लेना, मित्र प्यारा नानक जी, मैं छड़ गवाया रंग कसुंबे भुली, तो सज्जन की मैं कीम ना पाउंदी, हों तुद बिन अड ना लहंदी। मैनू पता चलिया
बस ओ मित्र अकाल पुरख वाहिगुरु मित्र प्यारे नू हाल मुरीदां दा कहना जां फिर देखा परत के देखिया अंतरमुखी होके वेखिया ध्यान मार के वेखिया दुनिया वालों ख्याल मोड़ के वेखिया जां फिर देखा जदों फिर के परत के अंतरमुखी भीतर आके वेखिया ते पता चलिया भी अल्लाह बेली है ओ वाहिगुरु मित्र है ओ सब दा मित्र है ओ किसे कोलों लैंदा नहीं सब नूं देंदा ही देंदा ध्यान च रख लेना ये बाहर दे मित्र इन्हां दा भरोसा नहीं ये लैन साथों बहुता ते शायद देन थोड़ा कई बारी लै लैन ते देन वेले अखां फेर लेन पर ए मेरे मालक तू जन्म तो पहला भी देंदा सारा जीवन भी देंदा तू शरीर छड़ जाइए ते तद भी दातां देन वाला है ओ है मेरा अकाल पुरख वाहिगुरु कहन लगे अल्लाह बेली जिन्हां ने अल्लाह बेली नाल सांझ पा लई सच करके जानना जिंदगी दा कोई दुख ना रह गया एक 18 साल दा खूबसूरत बंदगी सिमरन अभ्यासी विच रंगिया होया चेहरे ते बड़ा जालो जलाल बड़ा चेहरा नूरो नूर एक राजा लंघिया घोड़े ते सवार सी रोकिया अखां दी चमक देखी बड़ी दमक देखी बड़ा खूबसूरत ते कहन लगा चल आ मैं तैनू अपने नाल लै चलां ते हुण ओ नौजवान काका राजे नू कहंदा राजा साहब जिस नाल मैं रहिंदा जिस नाल मैं रहिंदा तुसीं ओहो जिहा सुख नहीं दे सकोगे कहंदा हद हो गई है मैं राजा मेरे कोल केड़ा सुख ऐसा नहीं है कहन लगा देखो मेरियां शर्तां ने अगे जिस नाल मैं रहिंदा मैं खांदा ओ नहीं खांदा मैं सौंदा ओ नहीं सौंदा मंजूर है वो कहंदा भी ये किवें हो सकदा है भी तू खावें ते मैं ना खावां तू सौवें ते मैं ना सोवां कहन लगा देख लो जिस नाल मैं रहिंदा ओ मैनू सब कुछ दिंदा पर मैथों कुछ नहीं लैंदा जिस नाल मैं रहिंदा मैं चलदा पर ओ नहीं चलदा मैं सौ जांदा ओ नहीं सौंदा मैं जागदा ओ नहीं जागदा राजा कहंदा गल समझ नहीं आई कहन लगा बस समझन लई ही सत संगत कर के तैनू समझ आ जाए कि उस परमेश्वर नाल जिसनू मैं अपना मित्र बनाया तू भी मित्र बना लै तां तैनू पता चलेगा भी ओ जिंदगी दा कैसा सहारा है बस जिस दिन अकाल पुरख वाहिगुरु नू अपना बेली बना लिया वो सदा लई साडा परम मित्र बन गया बाट हमारे खरी ओडीले खन्या तिखे बहुत पाएले साडी वाट रस्ता साडा बहुत उदासी भरिया है उडीनी 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 कब घर आवे री इस रस्ते ते चलियो जिथे दिन रात मालक दे प्रति तड़फ बनी रहे भी वो कदों मिलेगा मैं उस राह ते चलन वाली हाँ वाट हमारी खरी उड़ीनी अते इस राह ते कैसी जिंदगी दी सुचेत हो के चलन दी गल है कि खन्नियों तिखी बहुत पीनी एक खन्ने तो भी तिखी तेज धार है जिस उत्ते चलना पैंदा पता नहीं जरा क पैर फिसल गया ते हाल साडा की होवेगा अपने जीवन नू बड़ा सुचेत करके इस खंडे धार ते चलना पैंदा है जी उस ऊपर है मार्ग मेरा शेख फरीदा पंथ समार सवेरा उस खंडे धार दे उत्ते मेरा रास्ता है उस ऊपर है मार्ग मेरा ध्यान च रख लियो इत्थे धर्म दे मार्ग वाल चलदियां पता नहीं कितने इर्द गिर्द औगण ते विकारां दे खतरे ने कोई भी धर्म डलाउण वाला कदम आ सकदा है अखां नूं धोखा मिल सकदा है कन्नां नूं धोखा मिल सकदा है मन नूं धोखा मिल सकदा है बड़ी सावधानी नाल इस मार्ग ते चलना पैंदा है उस ऊपर है मार्ग मेरा शेख फरीदा पंथ समार सवेरा एक हुंदा पथ एक हुंदा पंथ ध्यान च रख लेना इत्थे पंथ शब्द वरते है जिसनू कलगीधर दशमेश पातशाह जी ने बख्शिश करके खालसा पंथ साजिया
ਪਥ ਹੈ ਜੋ ਇੱਕ ਘਰ ਤੋਂ ਦੂਜੇ ਘਰ ਤੱਕ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਰਸਤਾ ਕੋਈ ਸੜਕ ਜੋੜ ਦੇਵੇ ਉਹ ਪਥ ਕਹਿਲਾਂਦਾ ਹੈ। ਜੋ ਆਤਮਾ ਨੂੰ ਪਰਮਾਤਮਾ ਤੱਕ ਜੋੜ ਦੇਵੇ ਉਹ ਪੰਥ ਕਹਿਲਾਂਦਾ ਹੈ। ਜੋ ਮੈਂ ਨੂੰ ਤੂੰ ਤੱਕ ਮਿਲਾ ਦੇਵੇ ਉਸ ਨੂੰ ਧਰਮ ਪੰਥ ਕਹਿੰਦੇ ਨੇ। ਲੈਣੇ ਪੰਥ ਧਰਮ ਕਾ ਕੀਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਲੈਣੇ ਪੰਥ ਧਰਮ ਕਾ ਕੀਆ, ਉਹ ਪੰਥ ਜਿਸ ਨੂੰ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਉਹ ਜਿਹੜਾ ਪੰਥ, ਜਿਹੜੀ ਮਰਿਆਦਾ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਬੰਨ ਦਿੱਤੀ, ਉਹ ਸਾਡੇ ਲਈ ਐਸਾ ਪੰਥ ਹੈ ਕਿ ਇਸ ਰਾਹ ਨੂੰ, ਧਰਮ ਦੇ ਰਾਹ ਨੂੰ, ਇਸ ਪੰਥ ਨੂੰ ਸੰਭਾਲਿਓ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਇਹ ਤੇਰੀ ਜ਼ਿੰਦਗੀ ਦਾ ਸਵੇਰਾ ਸਵੇਰਾ, ਸੁਬਾ ਸੁਬਾ ਤੂੰ ਸਫ਼ਰ ਆਰੰਭ ਕਰ ਲੈ, ਸ਼ਾਮ ਤੱਕ ਮੰਜ਼ਿਲ ਤੇ ਪਹੁੰਚ ਜਾਏ। ਇਹ ਜੀਵਨ ਕਾਲ ਦਾ ਸਮਾਂ, ਇਹ ਸਵੇਰਾ ਹੈ। ਇਸ ਜੀਵਨ ਕਾਲ ਦੇ ਸਵੇਰੇ ਸਵੇਰੇ ਚੱਲ ਪੈ ਤਾਂ ਕਿ ਜੀਵਨ ਦੇ ਅੰਤਮ ਪੜਾਅ ਸਾਂਝ ਪੈਣ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਮੰਜ਼ਿਲ ਤੇ ਇਹ ਪਹੁੰਚ ਜਾਵੇ। ਇਹ ਸਾਹਿਬ ਰਹਿਮਤ ਕਰਨ, ਆਪਣਾ ਜੀਵਨ ਸ਼ਬਦ ਗੁਰੂ ਤੇ ਖਾਲਸਾ ਪੰਥ ਦੇ ਮਾਰਗ ਤੇ ਚਲਾਉਂਦਿਆਂ, ਧੰਨ ਗੁਰ ਸ਼ਬਦ ਰਾਹੀਂ ਧਰਮੀ ਜੀਵਨ ਬਣਾ ਕੇ ਚਲਾਉਂਦਿਆਂ, ਬਿਰਹਾ ਰਾਹੀਂ ਇੱਕ ਦਿਨ ਸੰਗਮ ਤੱਕ ਪਹੁੰਚਦਿਆਂ ਪ੍ਰਭੂ ਮਲਾਪ ਤੱਕ ਸਾਡਾ ਜੀਵਨ ਉਸ ਵਾਹਿਗੁਰੂ ਨੂੰ ਮਿੱਤਰ ਬਣਾ ਕੇ, ਬੇਲੀ ਬਣਾ ਕੇ ਬਤੀਤ ਕਰਨ ਵਾਲਾ ਬਣ ਜਾਵੇ, ਤਾਂ ਕਿ ਸਾਡੇ ਸਾਰਿਆਂ ਦਾ ਗੁਰ ਸ਼ਬਦ ਦੀ ਸੰਗਤ ਕੀਤਾ ਸਮਾਂ ਸਫਲਾ ਹੋ ਜਾਵੇ ਤੇ ਲੋਕ ਪਰਲੋਕ ਸੁਹੇਲੇ ਹੋਵਨ। ਸਾਹਿਬ ਰਹਿਮਤ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦਰ ਹਾਜ਼ਰ ਸੰਗਤਾਂ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਪੀਟੀਸੀ ਚੈਨਲ ਰਾਹੀਂ ਸੁਣਨ ਵਾਲਿਆਂ ਤੇ ਸਤਿਗੁਰੂ ਆਪ ਰਹਿਮਤ ਕਰਨ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੀ ਸਾਰਿਆਂ ਤੇ ਐਸੀ ਬਖਸ਼ਿਸ਼ ਹੋਵੇ ਕਿ ਮਾਲਕ ਦੀ ਰਹਿਮਤ ਨਾਲ ਸਾਡੇ ਸਾਰਿਆਂ ਦੀਆਂ ਝੋਲੀਆਂ ਭਰਨ, ਲੋਕ ਪਰਲੋਕ ਸੇਲਾ ਹੋਵੇ। ਸੰਸਾਰਕ ਪੱਖ ਤੇ ਅਧਿਆਤਮਕ ਪੱਥ ਤੇ ਅਸੀਂ ਸਫਲਤਾ ਸਹਿਤ ਆਪਣੇ ਧਰਮ ਦੀ ਮੰਜ਼ਿਲ ਨੂੰ ਖਾਲਸਾ ਪੰਥ ਦੇ ਉਸ ਮਾਰਗ ਤੇ ਚਲਾ ਸਕੀਏ ਤੇ ਲੋਕ ਪਰਲੋਕ ਸੇਲਾ ਹੋਵੇ ਜੀ। ਤਹਿ ਦਿਲੋਂ ਕੋਟਾਨ ਕੋਟ ਧੰਨਵਾਦ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ। ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਅਤੇ ਸਿੰਘ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਾਰੇ ਸਿੰਘ ਸਾਹਿਬਾਨ ਜੀ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਹਾਰਦਿਕ ਧੰਨਵਾਦ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ। 2 ਦਿਨ ਸ਼ਬਦ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਸਾਹਿਬ ਅਸੀਸ ਪ੍ਰਦਾਨ ਕਰਨ, ਸ਼ਬਦ ਗੁਰੂ ਦੀ ਬਰਕਤ ਸੰਭਾਲੀਏ। ਆਓ ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਸਾਹਿਬ ਦੇ ਪਾਵਨ ਬੋਲਾਂ ਦੀਆਂ 2 ਪੰਕਤੀਆਂ ਸ਼ਰਵਨ ਕਰਕੇ फतेह सांझी करिए जी। बाट हमारे खरे ओडेले, कन्या तिखे बहुत पाएले, उस ऊपर है मार्ग मेरा, शेख फरीदा पंथ समार सवेरा। वाहिगुरु जी का खालसा, वाहिगुरु जी की फतेह। डिठे सभे था